हाँ जी, ਵੈਲਕਮ ਟੂ ਸਟਾਰ ਅਕੈਡਮੀ ਫॉर ਕੰਪੀਟੀਟਿਵ ਐਗਜ਼ਾਮ ਔਰ ਤੁਹਾਡਾ ਸਾਰਿਆਂ ਦਾ ਸਾਡੇ YouTube ਦੇ ਇਸ ਪਲੇਟਫਾਰਮ ਦੇ ਉੱਪਰ ਸਵਾਗਤ ਹੈ। ਤਾਂ ਦੇਖੋ, ਅੱਜ ਆਪਾਂ ਇੱਕ ਰੀਜ਼ਨਿੰਗ ਦਾ ਟੌਪਿਕ ਕਰਨ ਜਾ ਰਹੇ ਹਾਂ ਔਰ ਜਿਸ ਟੌਪਿਕ ਦਾ ਜਿਹੜਾ ਨਾਮ ਹੈ ਉਹ ਹੈ ਡਾਈਸ। ਔਰ ਇਹ ਜਿਹੜਾ ਡਾਈਸ ਹੈ ਇਹ ਰੀਜ਼ਨਿੰਗ ਦਾ ਵੈਰੀ ਇੰਪੋਰਟੈਂਟ ਟੌਪਿਕ ਹੈ ਔਰ ਇਹਦੇ ਵਿੱਚੋਂ ਪੰਜਾਬ ਦੇ ਹਰ ਇੱਕ ਪੇਪਰ ਦੇ ਵਿੱਚ ਇੱਕ ਨਾ ਇੱਕ ਕੁਐਸਚਨ ਜਿਹੜਾ ਉਹ 100% ਜਿਹੜਾ ਪੁੱਛਿਆ ਜਾਂਦਾ ਹੈ। ਤਾਂ ਡਾਈਸ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਦੇ ਸਾਰੇ ਹੀ ਕਨਸੈਪਟ ਕੰਪਲੀਟ ਡਾਈਸ ਜਿਹੜੀ ਹੈ ਇਸ ਇੱਕ ਹੀ ਵੀਡੀਓ ਦੇ ਵਿੱਚ ਜਿਹੜੀ ਹੈ ਉਹ ਕਰਵਾ ਦਿੱਤੀ ਜਾਏਗੀ। ਤਾਂ ਸ਼ੁਰੂਆਤ ਕਰਦੇ ਹਾਂ ਆਪਾਂ ਡਾਈਸ ਦੀ, ਠੀਕ ਹੈ। ਤਾਂ ਦੇਖੋ, ਡਾਈਸ ਨੂੰ ਆਪਾਂ ਚਾਰ ਤਰ੍ਹਾਂ ਦੇ ਨਾਲ ਪੜ੍ਹਨਾ ਵੀ, ਠੀਕ ਹੈ। ਇੱਕ ਹੋਏਗੀ ਤੁਹਾਡੇ ਕੋਲ ਜਨਰਲ ਡਾਈਸ, ਇੱਕ ਹੋਏਗੀ ਸਟੈਂਡਰਡ ਡਾਈਸ, ਇੱਕ ਆਹ ਵਾਲਾ ਜਿੱਦਾਂ ਕਿ ਹਰਾ ਲਾਲ ਪੀਲਾ ਵਗੈਰਾ ਵਾਲੇ ਕੁਐਸਚਨ ਬਣਦੇ ਆ, ਔਰ ਇੱਕ ਆਪਾਂ ਨੇ ਪੜ੍ਹਨੀ ਹੈ ਓਪਨ ਡਾਈਸ, ਠੀਕ ਹੈ। ਤਾਂ ਚਲੋ, ਕਿਹੜੀ ਸਟੈਂਡਰਡ ਡਾਈਸ ਹੁੰਦੀ ਹੈ, ਕਿਹੜੀ ਜਨਰਲ ਡਾਈਸ ਹੁੰਦੀ ਹੈ, ਕਿਹੜੀ ਓਪਨ ਡਾਈਸ ਹੁੰਦੀ ਹੈ, ਉਹਦੇ ਬਾਰੇ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲੇ ਦੇਖੋ, ਇਹਨਾਂ ਦੋਨਾਂ ਦੇ ਵਿੱਚ ਨਾ ਡਿਫਰੈਂਸ ਦੇਖੋ ਕਿ ਇਹਨਾਂ ਦੇ ਵਿੱਚੋਂ ਕਿਹੜੀ ਜਨਰਲ ਹੈ ਔਰ ਕਿਹੜੀ ਕੀ ਹੈ ਸਟੈਂਡਰਡ ਹੈ। ਤਾਂ ਦੇਖੋ, ਸਭ ਤੋਂ ਪਹਿਲਾਂ ਆਪਾਂ ਨਾ ਦੇਖੋ ਡਾਈਸ ਨੂੰ ਜਦੋਂ ਵੀ ਆਪਾਂ ਸਾਹਮਣੇ ਤੋਂ ਦੇਖਦੇ ਹਾਂ ਤਾਂ ਇਹਦੇ ਆਪਾਂ ਨੂੰ ਤਿੰਨ ਪਾਸੇ ਦਿਖਾਈ ਦਿੰਦੇ ਆ, ਹੈ ਨਾ। ਤਾਂ ਇਹਦੇ ਓਪੋਜ਼ਿਟ ਵਾਲਾ ਨਹੀਂ ਦਿਖਾਈ ਦਿੰਦਾ, ਜਿੱਦਾਂ ਕਿ ਇਹ ਵਾਲਾ ਹੈ, ਆਹ ਵਾਲਾ, ਇਹ ਵਾਲਾ ਜਿਹੜਾ ਹੈ ਨਾ, ਇਹਦੇ ਓਪੋਜ਼ਿਟ ਵਾਲਾ ਆਪਾਂ ਨੂੰ ਨਹੀਂ ਦਿਖਾਈ ਦਿੰਦਾ, ਠੀਕ ਹੈ। ਤਾਂ ਇਹਦੇ ਜਿਹੜਾ ਆਹ ਦੋ ਵਾਲਾ, ਇਹਦੇ ਸਾਹਮਣੇ ਵਾਲਾ ਵੀ ਨਹੀਂ ਦਿਖਾਈ ਦਿੰਦਾ, ਲੇਕਿਨ ਇਹਦੇ ਆਸੇ ਪਾਸੇ ਵਾਲੇ ਪਾਸੇ ਜਿਹੜੇ ਆ ਦਿਖਾਈ ਦਿੰਦੇ ਆ। ਤਾਂ ਚਲੋ, ਆਪਾਂ ਦੇਖਦੇ ਹਾਂ ਕਿ ਸਟੈਂਡਰਡਾਈਜ਼ ਕਿਹੜੀ ਹੈ ਔਰ ਓਪਨ ਡਾਈਜ਼ ਕਿਹੜੀ ਹੈ, ਉਹ ਆਪਾਂ ਦੇਖ ਲੈਂਦੇ ਹਾਂ। ਤਾਂ ਸਭ ਤੋਂ ਪਹਿਲੇ ਦੇਖੋ, ਇਹਦੇ ਸਾਈਡ ਦੇ ਉੱਤੇ ਵੇਖੋ ਦੋ ਡਾਟ ਹੈ, ਤਾਂ 2 ਪਲੱਸ ਨਾਲ ਇਹਦੇ ਕਿੰਨੇ ਆ, 3 ਹੈ ਨਾ। 2 ਔਰ 3 ਕਿੰਨਾ ਬਣ ਗਿਆ, 5 ਬਣਿਆ। ਫਿਰ ਦੇਖੋ, ਇਹ ਵਾਲੇ 2 ਹੈ, ਉੱਪਰ ਕਿੰਨੇ ਆ, 4 ਹੈ। ਤਾਂ 2 ਪਲੱਸ ਆ ਉੱਪਰ ਵਾਲੇ 4, ਇਹ ਕਿੰਨਾ ਬਣ ਗਿਆ ਵੀ 4 ਔਰ 2 6 ਬਣ ਗਿਆ। ਫਿਰ ਦੇਖੋ, ਇਹ ਵਾਲੇ 3 ਹੈ ਔਰ ਉੱਪਰ ਕਿੰਨੇ ਆ, 4 ਹੈ। ਤਾਂ 3 ਪਲੱਸ 4 ਇਹ ਕਿੰਨਾ ਹੋ ਗਿਆ, 7 ਬਣ ਗਿਆ ਵੀ, ਠੀਕ ਹੈ। ਤਾਂ ਦੇਖੋ, ਇਹਦੇ ਵਿੱਚ ਕੀ ਹੈ, ਪਹਿਲੇ 2 ਨੂੰ ਜੋੜਿਆ ਤਾਂ 7 ਨਹੀਂ ਆਇਆ, ਫਿਰ ਦੂਸਰੇ 2 ਨੂੰ ਜੋੜਿਆ ਉਹਦੇ ਵਿੱਚ 7 ਨਹੀਂ ਆਇਆ, ਲੇਕਿਨ ਜਦੋਂ ਥਰਡ ਦੇ ਵਿੱਚ ਇਹਨੂੰ ਜੋੜਿਆ ਤਾਂ ਇਹ ਵਾਲਾ ਕੀ ਆ ਗਿਆ, 7 ਆ ਗਿਆ, ਠੀਕ ਹੈ। ਤਾਂ ਦੇਖੋ, ਜਿਹਦਾ ਜੋੜ 7 ਬਣ ਰਿਹਾ ਹੋਏ, ਜਿਹਦਾ ਜੋੜ ਕੀ ਹੈ 7 ਬਣ ਰਿਹਾ ਹੋਏ, ਉਹਨੂੰ ਆਪਾਂ ਕਹਿ ਦਿੰਦੇ ਹਾਂ ਜਨਰਲ ਡਾਈਜ਼, ਠੀਕ ਹੈ। ਇਹਨੂੰ ਆਪਾਂ ਕਿਹੜੀ ਕਹਿੰਦੇ ਹਾਂ, ਜਨਰਲ ਡਾਈਸ। ਤਾਂ ਇਹ ਵਾਲੀ ਜਿਹੜੀ ਆ ਜਨਰਲ ਡਾਈਸ ਦਿੰਦੀ ਆ ਵੀ, ਠੀਕ ਹੋ ਗਿਆ, ਜਨਰਲ ਡਾਈਸ। ਲੇਕਿਨ ਹੁਣ ਦੇਖੋ, ਨੈਕਸਟ ਆਪਾਂ ਇਹਦੇ ਵਿੱਚ ਦੇਖ ਲੈਂਦੇ ਹਾਂ। ਤਾਂ ਇਹਦੇ ਵਿੱਚ ਕੀ ਹੈ, ਇੱਕ ਸਾਈਡ 'ਤੇ ਇੱਕ ਬਿੰਦੂ ਹੈ, ਨਾ, ਇਹ ਵਾਲਾ 1 ਹੈ, ਅਤੇ ਉੱਪਰ ਕਿੰਨੇ ਆ, 4 ਹੈ। 4 ਔਰ 1 ਕਿੰਨਾ ਬਣ ਗਿਆ ਵੀ 5। ਇਹ 1 ਹੈ ਪਲੱਸ ਦੂਸਰੀ ਸਾਈਡ 'ਤੇ ਕਿੰਨਾ ਵੀ 5 ਹੈ ਨਾ, 5 ਬਿੰਦੂ ਹੈ, 5 ਔਰ 1 6 ਬਣ ਗਿਆ। ਇਹ 5 ਬਿੰਦੂ ਹੋ ਗਿਆ, ਉੱਪਰ ਕਿੰਨੇ ਆ, 4 ਹੈ। 5 ਔਰ 4 ਕਿੰਨੇ ਬਣ ਗਏ, 9 ਬਣ ਗਿਆ ਵੀ, ਠੀਕ ਹੈ। ਦੇਖੋ, ਜਿਹਦੇ ਵਿੱਚ ਇਹਨਾਂ ਦੇ ਵਿੱਚੋਂ ਦੇਖੋ, ਕੀ ਇੱਥੇ 7 ਬਣ ਰਿਹਾ, ਨਹੀਂ ਬਣ ਰਿਹਾ, ਕੀ ਇੱਥੇ 7 ਬਣ ਰਿਹਾ, ਨਹੀਂ ਬਣ ਰਿਹਾ, ਕੀ ਇੱਥੇ 7 ਬਣ ਰਿਹਾ, ਨਹੀਂ ਬਣ ਰਿਹਾ। ਤਾਂ ਜਿੱਥੇ 7 ਨਾ ਬਣ ਰਿਹਾ ਹੋਏ, ਹੈ ਨਾ, ਜਿੱਥੇ ਜੋੜ ਜਿਹੜਾ ਹੈ, ਚਲੋ ਦੇਖੋ, ਆਪਾਂ 1 ਮਿੰਟ ਦੇਖ ਲੈਂਦੇ ਹਾਂ। ਤਾਂ ਤੁਸੀਂ ਕੀ ਨੋਟ ਕਰੋਗੇ, ਤੁਸੀਂ ਨੋਟ ਕਰੋਗੇ ਵੀ ਜਦੋਂ ਜੋੜ ਕੀ ਹੈ, ਜੋੜ ਬਰਾਬਰ ਕਿੰਨਾ ਹੋ ਜੇ, 7 ਹੋ ਜੇ। ਜੋੜ 7 ਹੋ ਜੇ ਤਾਂ ਉਸ ਟਾਈਮ 'ਤੇ ਆਪਾਂ ਕਿਹੜੀ ਕਹਿੰਦੇ ਉਹਨੂੰ, ਜਨਰਲ ਡਾਈਸ। ਤਾਂ ਪਹਿਲੇ ਵਾਲੀ ਕਿਹੜੀ ਸੀਗੀ, ਜਨਰਲ ਡਾਈਸ। ਲੇਕਿਨ ਜਿੱਥੇ ਜੋੜ 7 ਨਹੀਂ ਬਣਦਾ ਨਾ, ਜਿੱਥੇ ਜੋੜ 7 ਨਹੀਂ ਬਣਦਾ ਤਾਂ ਉਹ ਵਾਲੀ ਕਿਹੜੀ ਆਪਣੀ ਬਣ ਜਾਂਦੀ ਹੈ, ਉਹ ਵਾਲੀ ਬਣ ਜਾਂਦੀ ਹੈ ਸਟੈਂਡਰਡ ਡਾਈਸ। ਤਾਂ ਉਹ ਵਾਲੀ ਜਿਹੜੀ ਹੈ ਉਹ ਆਪਣੀ ਜਿਹੜੀ ਕੀ ਹੈ, ਸਟੈਂਡਰਡ ਡਾਈਸ, ਠੀਕ ਹੈ। ਕਲੀਅਰ ਹੈ, ਆਈ ਥਿੰਕ ਤੁਹਾਨੂੰ ਇਹ ਵਾਲੀ ਚੀਜ਼ ਤਾਂ ਕਲੀਅਰ ਹੋ ਚੁੱਕੀ ਹੋਏਗੀ, ਠੀਕ ਹੈ। ਤਾਂ ਦੇਖੋ, ਜਦੋਂ ਜੋੜ 7 ਬਣਦਾ ਹੈ ਨਾ, ਜਦੋਂ ਜੋੜ 7 ਬਣਦਾ ਉਸ ਟਾਈਮ 'ਤੇ ਆਪਾਂ 3-4 ਲੌਜਿਕ ਦੇ ਨਾਲ ਆਪਾਂ ਕੁਐਸਚਨ ਕਰਿਆ ਕਰਾਂਗੇ। ਲੇਕਿਨ ਜਿਹਦੇ ਵਿੱਚ ਜੋੜ 7 ਨਹੀਂ ਬਣਦਾ, ਹੈ ਨਾ, ਜਿਹਦੇ ਵਿੱਚ ਜੋੜ ਕੀ ਹੈ 7 ਨਹੀਂ ਬਣਦਾ, ਤਾਂ ਉਹਦੇ ਵਿੱਚ ਆਪਾਂ ਕੀ ਆ ਉਸ ਨੂੰ ਚਲੋ, ਸਭ ਤੋਂ ਪਹਿਲੇ ਆਪਾਂ ਨਾ ਇਹ ਵੀ ਕਰ ਲੈਂਦੇ ਹਾਂ ਕਿ ਜਿਹਦੇ ਵਿੱਚ ਜੋੜ ਜਿਹੜਾ ਹੈ ਉਹ 7 ਨਹੀਂ ਬਣਦਾ ਵੀ, ਠੀਕ ਹੈ। ਤਾਂ ਆਪਾਂ ਦੇਖ ਲੈਂਦੇ ਹਾਂ ਇੱਕ ਡਾਈਸ ਬਣਾ ਕੇ, ਔਰ ਇੱਥੇ ਮੰਨ ਕੇ ਚਲੋ 3 ਹੈ, ਇੱਥੇ 2 ਹੈ ਔਰ ਇੱਥੇ ਕੀ ਆ 1 ਹੈ ਵੀ, 1 2 3। ਤਾਂ ਦੇਖੋ, ਇਹ ਸਭ ਤੋਂ ਪਹਿਲਾਂ ਇਹਨਾਂ ਦਾ ਕਿਸੇ ਦਾ ਵੀ ਜੋੜ 7 ਨਹੀਂ ਬਣਦਾ ਨਾ, ਜਿਵੇਂ 2 ਔਰ 1 3, 3 ਔਰ 1 4, 4 ਔਰ
2 ਜਿਹੜਾ ਹੈ ਉਹ ਕਿੰਨਾ 3 ਔਰ 2 5 ਬਣ ਗਿਆ। ਤਾਂ ਇਹਦੇ ਵਿੱਚ ਜਿਹੜਾ ਕੀ ਹੈ 7 ਨਹੀਂ ਬਣ ਰਿਹਾ। ਤਾਂ ਇਹ ਹੋ ਜਾਂਦੀ ਹੈ ਆਪਣੇ ਕੋਲ ਸਟੈਂਡਰਡਾਈਜ਼ ਸਟੈਂਡਰਡ ਡਾਈਸ। ਜੇ ਇਹ ਸਟੈਂਡਰਡ ਡਾਈਸ ਹੈ ਤਾਂ ਦੇਖੋ ਇਹਨੂੰ ਕਰਨ ਦਾ ਤਰੀਕਾ, ਹੁਣ ਆਪਾਂ ਨੂੰ ਕੁਐਸਚਨ ਪੁੱਛਿਆ ਕਰੇਗਾ ਜਦੋਂ ਉਹਨੇ ਸਟੈਂਡਰਡ ਡਾਈਸ ਦੇ ਦਿੱਤੀ ਕਿ ਇਹਦੇ ਵਿੱਚ ਬੋਲੇਗਾ ਕਿ 2 ਦੇ ਆਪੋਜ਼ਿਟ ਕੀ ਹੈ। 2 ਦੇ ਕੀ ਹੈ 2 ਦੇ ਆਪੋਜ਼ਿਟ 2 ਦੇ ਆਪੋਜ਼ਿਟ ਦੱਸੋ ਵੀ 2 ਦੇ ਆਪੋਜ਼ਿਟ ਕੀ ਹੋਏਗਾ। ਤਾਂ ਦੇਖੋ ਸਭ ਤੋਂ ਪਹਿਲਾਂ ਜਦੋਂ ਵੀ ਇੱਦਾਂ ਦਾ ਕੁਐਸਚਨ ਆਉਂਦਾ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਕਿ ਇਹ ਸਟੈਂਡਰਡਾਈਜ਼ ਹੈ ਕਿ ਨਹੀਂ ਹੈ। ਤਾਂ ਇਹਨਾਂ ਦੇ ਵਿੱਚੋਂ ਕਿਸੇ ਦਾ ਵੀ ਜੋੜ 7 ਨਹੀਂ ਬਣ ਰਿਹਾ ਤਾਂ ਮਤਲਬ ਇਹ ਸਟੈਂਡਰਡਾਈਜ਼ ਹੈ। ਜੇ ਇਹ ਸਟੈਂਡਰਡਾਈਜ਼ ਹੈ ਤਾਂ ਸਟੈਂਡਰਡਾਈਜ਼ ਦਾ ਹਮੇਸ਼ਾ ਇਹੀ ਲੌਜਿਕ ਹੁੰਦਾ ਹੈ ਕਿ ਉਹਨਾਂ ਦੇ ਆਪੋਜ਼ਿਟ ਸਾਈਡਾਂ ਦਾ ਜੋੜ 7 ਬਣ ਜਾਂਦਾ, ਠੀਕ ਹੈ ਨਾ। ਆਸੇ ਪਾਸੇ ਵਾਲੀਆਂ ਸਾਈਡਾਂ ਦਾ ਜੋੜ 7 ਨਹੀਂ ਬਣਦਾ, ਆਪੋਜ਼ਿਟ ਦਾ 7 ਬਣਦਾ। ਤਾਂ ਇਹਦਾ ਮਤਲਬ ਕੀ ਨਿਕਲਿਆ, ਇਹਦਾ ਮਤਲਬ ਜੇ ਇਹ 1 ਹੈ ਤਾਂ 1 ਦੇ ਆਪੋਜ਼ਿਟ ਕੌਣ ਹੋ ਜਾਏਗਾ, 1 ਦੇ ਆਪੋਜ਼ਿਟ ਕੌਣ ਹੋਏਗਾ ਵੀ 1 ਦੇ ਆਪੋਜ਼ਿਟ 6 ਹੋ ਜਾਏਗਾ ਤਾਂ ਕਿ 7 ਬਣ ਜੇ। ਫਿਰ 3 ਦੇ ਆਪੋਜ਼ਿਟ ਕੀ ਹੋ ਜਾਏਗਾ ਵੀ 3 ਦੇ ਆਪੋਜ਼ਿਟ ਕੌਣ ਹੋ ਜਾਏਗਾ 4 ਤਾਂ ਕਿ 7 ਬਣ ਜੇ। ਔਰ ਬਾਕੀ ਕੌਣ ਬਚਿਆ 2, ਤਾਂ 2 ਦੇ ਆਪੋਜ਼ਿਟ ਕੀ ਬਣ ਕੇ ਆਏਗਾ ਆਪਣੇ ਕੋਲ 2 ਦੇ ਆਪੋਜ਼ਿਟ ਜਿਹੜਾ ਉਹ 5 ਆ ਜਾਏਗਾ। ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੋ ਚੁੱਕੀ ਹੋਏਗੀ। ਦੇਖੋ ਜਿਹਦੇ ਅਗਲ ਬਗਲ ਆਸੇ ਪਾਸੇ ਵਾਲੇ ਨੰਬਰਾਂ ਦਾ ਜੋੜ 7 ਨਹੀਂ ਬਣਦਾ ਹੈ ਨਾ, ਜਿਹਦੇ ਆਸੇ ਪਾਸੇ ਵਾਲੇ ਨੰਬਰਾਂ ਦਾ ਜੋੜ 7 ਨਹੀਂ ਬਣਦਾ ਉਹਦੇ ਆਪੋਜ਼ਿਟ ਨੰਬਰਾਂ ਦਾ ਜੋੜ 7 ਬਣਦਾ ਹੁੰਦਾ, ਠੀਕ ਹੈ। ਇਹ ਚੀਜ਼ ਤੁਸੀਂ ਚੈੱਕ ਕਰਨੀ ਹੈ, ਇਹਨੂੰ ਆਪਾਂ ਸਟੈਂਡਰਡਾਈਜ਼ ਕਹਿੰਦੇ ਹਾਂ। ਲੇਕਿਨ ਜਿੱਥੇ ਹੁਣ ਦੇਖੋ ਜਿੱਦਾਂ ਕਿ ਇਹ ਵਾਲਾ ਹੈ ਨਾ, 1 ਮਿੰਟ ਇਹ ਸੀਗਾ ਤਾਂ ਇਹਦੇ ਵਿੱਚ ਹੁਣ ਆਹ ਵਾਲੀ ਡਾਈਸ ਜਿਹੜੀ ਹੈ ਇਹਦੇ ਜਿਹੜੇ ਆਪੋਜ਼ਿਟ ਜਿਹੜੇ ਹੈ ਉਹਨਾਂ ਦਾ 7 ਨਹੀਂ ਬਣਦਾ। ਤਾਂ ਇਹਨਾਂ ਦੇ ਮਤਲਬ ਜਿਵੇਂ 1 ਦੇ ਆਪੋਜ਼ਿਟ 6 ਆ ਜਾਏਗਾ, 4 ਦੇ ਆਪੋਜ਼ਿਟ 3 ਆ ਜਾਏਗਾ ਔਰ 5 ਦੇ ਆਪੋਜ਼ਿਟ 2, ਤਾਂ ਇਹ 'ਤੇ 7 ਬਣ ਰਿਹਾ ਵੀ ਇਹ ਜਨਰਲ ਡਾਈਸ ਹੈ। ਔਰ ਇਹਨੂੰ ਹੀ ਆਪਾਂ ਐਕਸਪਲੇਨ ਕਰਨਾ ਜਨਰਲ ਡਾਈਸ ਨੂੰ ਕਿਵੇਂ ਕਰਨਾ ਹੁੰਦਾ, ਉਹਦੇ ਕੁਐਸਚਨ ਜਿਹੜੇ ਆ ਹੁਣ ਆਪਾਂ ਦੇਖਾਂਗੇ ਵੀ, ਠੀਕ ਹੈ। ਤਾਂ ਇਹ ਜਨਰਲ ਡਾਈਸ ਦਾ ਜਿਹੜਾ ਜਨਰਲ ਡਾਈਸ ਜਾਂ ਸਮਾਨ ਪਾਸਾ ਕਹਿੰਦੇ ਜਾਂ ਸਾਮਾਨਿਆ ਪਾਸਾ ਕਹਿੰਦੇ ਤਾਂ ਇਹਨੂੰ ਕਿੱਦਾਂ ਹੱਲ ਕਰਨਾ ਹੁੰਦਾ ਵੀ। ਇਹਨੂੰ ਹੱਲ ਕਰਨ ਦੇ ਵਾਸਤੇ ਦੇਖੋ ਸਭ ਤੋਂ ਪਹਿਲਾ ਲੌਜਿਕ ਆਪਾਂ ਦੇਖਣ ਜਾ ਰਹੇ ਹਾਂ। ਤਾਂ ਦੇਖੋ ਜਨਰਲ ਡਾਈਸ ਹੈ, ਜਨਰਲ ਡਾਈਸ ਦੇ ਵਿੱਚ 2 ਡਾਈਸ ਦਿੱਤੀਆਂ ਹੋਈਆਂ ਨਾ, ਇਹ ਵਾਲੀਆਂ 2 ਡਾਈਸ ਹੈ। ਤਾਂ ਇਹ 2 ਡਾਈਸ ਦੇ ਵਿੱਚੋਂ ਕਹਿੰਦਾ ਤੁਹਾਨੂੰ ਉਹ ਪੁੱਛ ਲਏ ਕਿ 2 ਦੇ ਆਪੋਜ਼ਿਟ ਦੱਸੋ ਜਾਂ 5 ਦੇ ਆਪੋਜ਼ਿਟ। ਚਲੋ ਕੁਐਸਚਨ ਆਪਣੇ ਕੋਲ ਕੀ ਬਣ ਗਿਆ ਕਿ 5 ਦੇ ਉਲਟ ਦੱਸੋ ਕੌਣ ਹੋਏਗਾ, ਉਲਟੇ ਪਾਸੇ ਹੈ ਨਾ, ਉਲਟੀ ਸਾਈਡ 'ਤੇ 5 ਦੇ ਉਲਟ ਕੌਣ ਹੋਏਗਾ ਆਪੋਜ਼ਿਟ। ਤਾਂ ਦੇਖੋ ਇਹਦੇ ਵਿੱਚ ਪਹਿਲਾ ਆਪਣਾ ਜਿਹੜਾ ਲੌਜਿਕ ਹੈ, ਪਹਿਲਾ ਆਪਣਾ ਲੌਜਿਕ ਕੀ ਕਹਿੰਦਾ ਹੈ, ਜਿਹੜਾ ਫਸਟ ਲੌਜਿਕ ਹੈ ਨਾ ਉਹ ਕੀ ਕਹਿੰਦਾ ਹੈ ਕਿ ਜਦੋਂ ਕੀ ਹੋ ਜੇ, ਜਦੋਂ ਇੱਕ ਨੰਬਰ ਹੈ ਨਾ, ਇੱਕ ਅੱਖਰ ਇੱਕ ਜਿਹੜਾ ਇੱਕ ਨੰਬਰ ਕੀ ਹੋਏ ਸੇਮ ਹੋ ਜੇ, ਇੱਕ ਨੰਬਰ ਸੇਮ ਦੋਨਾਂ ਡਾਈਸ ਦੇ ਵਿੱਚ ਕੀ ਹੋਣਾ ਚਾਹੀਦਾ, ਇੱਕ ਨੰਬਰ ਸੇਮ ਹੋਣਾ ਚਾਹੀਦਾ। ਦੂਸਰਾ ਪੁਆਇੰਟ ਇਹਦੇ ਵਿੱਚ ਆਪਾਂ ਕੀ ਯੂਜ਼ ਕਰਾਂਗੇ ਕਿ ਆਪਾਂ ਕਲੋਕਵਾਈਜ਼ ਚੱਲ ਜਾਣਾ, ਠੀਕ ਹੈ। ਉਸ ਸੇਮ ਨੰਬਰ ਤੋਂ ਕੀ ਚੱਲਣਾ ਕਲੋਕਵਾਈਜ਼। ਤਾਂ ਦੇਖ ਲੈਂਦੇ ਕਲੋਕਵਾਈਜ਼ ਕਿਵੇਂ ਚੱਲਣਾ ਹੁੰਦਾ। ਦੇਖੋ ਹੁਣ ਇਹਨੂੰ ਕਰਨ ਦੇ ਲਈ ਆਪਾਂ ਕੀ ਕਰਦੇ ਹਾਂ, ਪਹਿਲੇ ਤਾਂ ਤੁਸੀਂ ਇਹ ਚੀਜ਼ ਯਾਦ ਕਰੋਗੇ ਕਿ ਜਦੋਂ ਆਪੋਜ਼ਿਟ ਪਤਾ ਕਰਨਾ ਤਾਂ ਜੇਕਰ ਇੱਕ ਨੰਬਰ ਸੇਮ ਹੋਏ ਹੈ ਨਾ, ਕੀ ਹੋ ਜੇ ਇੱਕ ਨੰਬਰ ਸੇਮ ਹੋ ਜੇ ਤਾਂ ਤੁਸੀਂ ਕਲੋਕਵਾਈਜ਼ ਚੱਲੋਗੇ। ਜਿਸ ਨੰਬਰ ਤੋਂ ਜਿਹੜਾ ਨੰਬਰ ਸੇਮ ਆ ਉਹਦੇ ਤੋਂ ਹੀ ਤੁਸੀਂ ਕੀ ਚੱਲ ਜਾਣਾ ਕਲੋਕਵਾਈਜ਼ ਚੱਲ ਜਾਣਾ, ਠੀਕ ਆ। ਚਲੋ ਆਪਾਂ ਦੇਖਦੇ ਹਾਂ ਵੀ 5 ਦੇ ਆਪੋਜ਼ਿਟ ਪੁੱਛਿਆ ਨਾ ਉਹਨੇ, ਤਾਂ ਚਲੋ 5 ਦੇ ਜਿਹੜਾ ਆਪੋਜ਼ਿਟ ਕੀ ਆਏਗਾ ਉਹ ਆਪਾਂ ਹੁਣੇ ਹੀ ਦੇਖ ਲੈਂਦੇ ਹਾਂ। ਤਾਂ ਦੇਖੋ ਇਹਦੇ ਵਿੱਚ ਸੇਮ ਕੌਣ ਹੈ ਵੀ ਜਿਹੜਾ ਸੇਮ ਹੈ ਉਹ ਤੁਹਾਡੇ ਕੋਲ ਕੌਣ ਹੈ, ਇੱਧਰ 3 ਹੈ ਨਾ, ਤਾਂ 3 ਤੋਂ ਕਲੋਕਵਾਈਜ਼ ਚੱਲ ਜਾਓ ਵੀ 3 ਤੋਂ ਕਲੋਕਵਾਈਜ਼ ਚੱਲਦੇ ਹਾਂ। ਤਾਂ ਦੇਖੋ 3 ਤੋਂ ਆਪਾਂ ਕਲੋਕਵਾਈਜ਼ ਚੱਲੇ ਤਾਂ 3 ਤੋਂ ਬਾਅਦ ਫਿਰ ਕੌਣ ਆ ਗਿਆ 5 ਆ ਗਿਆ, ਔਰ 5 ਤੋਂ ਅੱਗੇ ਫਿਰ ਕਲੋਕਵਾਈਜ਼ ਕੌਣ ਆ ਗਿਆ 4 ਆ ਗਿਆ। ਨੀਚੇ ਵਾਲੇ 3 ਤੋਂ ਗਏ ਤਾਂ 3 ਤੋਂ ਗਏ ਤਾਂ ਕਿੰਨਾ ਬਣਿਆ 6 ਬਣਿਆ, ਔਰ ਉਸ ਤੋਂ ਬਾਅਦ ਫਿਰ ਅੱਗੇ ਕਲੋਕਵਾਈਜ਼ ਗਏ ਤਾਂ ਕਿੰਨਾ ਆ ਗਿਆ 2। ਤਾਂ ਇਹਦੇ ਵਿੱਚ ਆਪਾਂ ਨੇ ਕੀ ਦੇਖਿਆ ਕਿ 5 ਦੇ ਆਪੋਜ਼ਿਟ 6 ਹੈ ਔਰ 2 ਦੇ ਆਪੋਜ਼ਿਟ 4 ਹੈ। ਕੀ ਬਣਿਆ 5 ਦੇ ਆਪੋਜ਼ਿਟ ਕੌਣ ਆ ਜਾਏਗਾ ਵੀ 5 ਦੇ ਆਪੋਜ਼ਿਟ 6, 2 ਦੇ ਆਪੋਜ਼ਿਟ ਕੀ ਆ ਜਾਏਗਾ 2 ਦੇ ਜਿਹੜਾ ਆਪੋਜ਼ਿਟ ਹੈ ਉਹ ਕਿੰਨਾ ਬਣ ਜਾਏਗਾ ਵੀ 4 ਬਣ ਜਾਏਗਾ। ਲੇਕਿਨ ਦੇਖੋ ਹੁਣ ਬਚਿਆ ਕੌਣ ਇਹਦੇ ਵਿੱਚ 3, ਤਾਂ ਜਿਹੜਾ 3 ਦੇ ਆਪੋਜ਼ਿਟ ਹੋਏਗਾ ਨਾ, ਦੇਖੋ 3 ਹੁਣ 2 ਵੀ ਟੋਟਲ ਕਿੰਨੇ ਅੱਖਰ ਹੁੰਦੇ ਆ 6 ਹੁੰਦੇ ਨਾ, 1 2 3 4 5 ਔਰ 6। ਤਾਂ 5 ਦੇ ਦੇਖੋ 3 ਦੇ ਆਪੋਜ਼ਿਟ 3 ਤਾਂ ਹੋ ਨਹੀਂ ਸਕਦਾ, ਉਸ ਤੋਂ ਬਾਅਦ 5 ਵੀ ਨਹੀਂ ਹੋ ਸਕਦਾ ਕਿਉਂਕਿ 5 ਜਿਹੜਾ ਉਹ 6 ਦੇ ਆਪੋਜ਼ਿਟ ਹੈ, 6 ਵੀ ਨਹੀਂ ਹੋ ਸਕਦਾ, ਫਿਰ 2 ਵੀ ਨਹੀਂ ਹੋ ਔਰ ਉਸ ਤੋਂ ਬਾਅਦ ਜਿਹੜਾ 4 ਵੀ ਇਹਦੇ ਜਿਹੜਾ ਆਪੋਜ਼ਿਟ
नहीं हो सकता। हुण बचिया कौन इहदे विच, तां इहदे विच 3 दे ऑपोजिट जिहड़ा ਉਹ 1 हो जाएगा। अपना आंसर 3 ਦੇ ऑपोजिट 1 ਪੁੱਛਿਆ। ਕੁਐਸਚਨ ਦੇ ਵਿੱਚ ਕੀ ਪੁੱਛਿਆ ਸੀਗਾ? ਕੁਐਸਚਨ ਦੇ ਵਿੱਚ ਪੁੱਛਿਆ ਸੀਗਾ ਕਿ 5 ਦੇ ऑपोजिट, ਤਾਂ 5 ਦੇ ਜਿਹੜਾ ऑपोजिट ਕੀ ਹੈ ਉਹ ਆਂਸਰ ਕਿੰਨਾ ਬਣ ਜਾਏਗਾ? 6। ਤਾਂ ਆਪਣਾ ਜਿਹੜਾ ਆਂਸਰ ਹੈ ਉਹ ਕਿੰਨਾ ਨਿਕਲ ਕੇ ਆਏਗਾ? 6। ਤਾਂ ਚਲੋ ਵੀ ਠੀਕ ਹੈ। ਤਾਂ ਪਹਿਲਾ ਜਿਹੜਾ ਕਨਸੈਪਟ ਆਪਣਾ ਕੀ ਸੀਗਾ ਕਿ ਉਹਦੇ ਵਿੱਚ 2 ਡਾਈਸ ਦੇ ਵਿੱਚ ਜਦੋਂ ਇੱਕ ਨੰਬਰ ਸੇਮ ਹੁੰਦਾ ਤਾਂ ਆਪਾਂ ਉਸੇ ਨੰਬਰ ਤੋਂ ਕਲੋਕਵਾਈਜ਼ ਚੱਲ ਜਾਣਾ ਹੁੰਦਾ, ਔਰ ਬਾਕੀ ਵਾਲੇ ਜਿਹੜੇ ਹੈ ਉਹ ਕੀ ਹੋ ਜਾਂਦੇ ਆ? ਆਪੋਜ਼ਿਟ ਹੋ ਜਾਂਦੇ ਆ। ਕਲੀਅਰ? ਹੁਣ ਦੇਖੋ ਜਦੋਂ 2 ਡਾਈਸ ਦੇ ਵਿੱਚ 2 ਨੰਬਰ ਸੇਮ ਹੋਣਾ ਨਾ, ਕੀ ਹੁਣ 2 ਨੰਬਰ ਸੇਮ ਹੋਣ, ਤਾਂ ਜਦੋਂ 2 ਨੰਬਰ ਕੀ ਹੋ ਜਾਣ? ਸੇਮ ਹੋ ਜਾਣ, ਤਾਂ ਉਸ ਟਾਈਮ 'ਤੇ ਦੇਖੋ ਕੀ ਹੋ ਸਕਦਾ ਹੈ? ਤਾਂ 2 ਨੰਬਰ ਸੇਮ ਹੋ ਜਾਣ ਤਾਂ ਦੇਖੋ ਹੁਣ ਬੱਚਾ ਇੱਥੇ ਦੇਖੋ 3 ਸੇਮ ਹੈ, 3 ਸੇਮ ਹੈ, 3 ਨਾਲ 3 ਕੈਂਸਲ ਹੋ ਗਿਆ, 1 ਸੇਮ ਹੈ ਔਰ 1 ਸੇਮ ਹੈ, ਇਹ ਵੀ ਕੈਂਸਲ ਹੋ ਗਿਆ। ਤਾਂ ਕੌਣ ਬਚਿਆ ਵੀ? 5। ਤਾਂ 5 ਦੇ ਆਪੋਜ਼ਿਟ ਕੌਣ ਹੋ ਜਾਏਗਾ? ਜਿਹੜਾ 5 ਦੇ ਆਪੋਜ਼ਿਟ ਹੈ ਨਾ ਉਹ ਆਪਣੇ ਕੋਲ ਕਿੰਨਾ? 4 ਹੋ ਜਾਏਗਾ ਵੀ। ਠੀਕ ਹੈ, 5 ਦੇ ਆਪੋਜ਼ਿਟ ਕੀ ਹੋ ਜਾਏਗਾ? 4 ਹੋ ਜਾਏਗਾ। ਕਲੀਅਰ? ਚਲੋ ਇਹ ਤਾਂ ਆਪਾਂ ਨੂੰ ਨੋਰਮਲ ਪਤਾ ਲੱਗ ਗਿਆ ਵੀ 5 ਦੇ ਆਪੋਜ਼ਿਟ ਜਿਹੜਾ ਹੈ ਉਹ 4 ਹੋ ਜਾਏਗਾ। ਲੇਕਿਨ ਜਿਹੜਾ ਤੁਸੀਂ ਮੇਨ ਗੱਲ ਤੀਸਰੀ ਗੱਲ ਯਾਦ ਰੱਖਣੀ ਹੈ, ਤੀਸਰੀ ਗੱਲ ਕੀ ਯਾਦ ਰੱਖਣੀ ਹੈ ਕਿ ਜਿਹੜੇ ਆਪੋਜ਼ਿਟ ਹੁੰਦੇ ਆ ਨਾ, ਆਪੋਜ਼ਿਟ ਵਾਲੇ ਆਪੋਜ਼ਿਟ ਨੰਬਰ, ਤਾਂ ਜਿਹੜੇ ਆਪੋਜ਼ਿਟ ਨੰਬਰ ਹੁੰਦੇ ਆ ਉਹ ਆਪਸ ਦੇ ਵਿੱਚ ਕੀ ਹੈ, ਜਿਹੜੇ ਆਪੋਜ਼ਿਟ ਨੰਬਰ ਹੁੰਦੇ ਆ ਤਾਂ ਆਪੋਜ਼ਿਟ ਵਾਲੇ ਜਿਹੜੇ ਹੁੰਦੇ ਆ ਨਾ, ਆਪੋਜ਼ਿਟ ਵਾਲੇ ਜਿਹੜੇ ਆ ਉਹ ਇੱਕ ਮਤਲਬ ਕਿ ਇਕੱਠੇ ਦਿਖਾਈ ਨਹੀਂ ਦਿੰਦੇ। ਆਪੋਜ਼ਿਟ ਵਾਲੇ ਕੀ ਹੈ? ਇਕੱਠੇ, ਆਪੋਜ਼ਿਟ ਜਿਹੜੇ ਨੰਬਰ ਹੈ ਉਹ ਇਕੱਠੇ ਦਿਖਾਈ ਨਹੀਂ ਦਿੰਦੇ। ਤਾਂ ਇਹ ਤੁਸੀਂ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਕਿ ਜਿਹੜੇ ਆਪੋਜ਼ਿਟ ਵਾਲੇ ਆ ਉਹ ਇਕੱਠੇ ਦਿਖਾਈ ਨਹੀਂ ਦਿੰਦੇ। ਠੀਕ ਹੈ, ਨਹੀਂ ਦਿੰਦੇ। ਮਤਲਬ ਕੀ ਨਿਕਲ ਕੇ ਆਇਆ? ਦੇਖੋ ਹੁਣ ਕੀ ਮਤਲਬ ਇਹਦਾ ਹੈ ਕਿ ਆਪਾਂ ਨੇ 5 ਦੇ ਦਾ ਆਪੋਜ਼ਿਟ 4 ਪਤਾ ਕਰ ਲਿਆ, ਕਲੀਅਰ ਹੈ। ਲੇਕਿਨ ਜੇਕਰ ਆਪਾਂ 3 ਦੇ ਆਪੋਜ਼ਿਟ ਪਤਾ ਕਰਨਾ ਹੋਏ, ਦੇਖੋ 3 ਦੇ ਆਪੋਜ਼ਿਟ ਪਤਾ ਕਰਨਾ ਤਾਂ ਦੇਖੋ 3 ਦੇ ਆਪੋਜ਼ਿਟ 5 ਤਾਂ ਹੋ ਹੀ ਨਹੀਂ ਸਕਦਾ, ਕਿਉਂਕਿ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਕਿ ਆਪੋਜ਼ਿਟ ਵਾਲੇ ਜਿਹੜੇ ਹੈ ਨਾ ਉਹ ਇਕੱਠੇ ਦਿਖਾਈ ਨਹੀਂ ਦਿੰਦੇ। ਤਾਂ ਇਹ ਤਾਂ ਇਕੱਠੇ ਦਿਖਾਈ ਦੇ ਰਿਹਾ, 3 ਦੇ ਨਾਲ 5 ਆਪੋਜ਼ਿਟ ਨਹੀਂ ਹੋ ਸਕਦਾ। 3 ਦੇ ਆਪੋਜ਼ਿਟ ਕੀ ਹੈ? 4, ਇੱਕ ਵੀ ਨਹੀਂ ਹੋ ਸਕਦਾ। ਠੀਕ ਹੈ, ਫਿਰ ਆਹ ਵਕਤ ਦੇਖੋ 3 ਪਿਆ, 3 ਦੇ ਆਪੋਜ਼ਿਟ 4 ਨਹੀਂ ਹੋ ਸਕਦਾ, 3 ਦੇ ਆਪੋਜ਼ਿਟ 1 ਨਹੀਂ ਹੋ ਸਕਦਾ। ਹੁਣ ਬਚਿਆ ਕੌਣ? ਦੇਖੋ 1 2 3 4 5 ਅਤੇ 6, ਤਾਂ 3 ਦੇ ਆਪੋਜ਼ਿਟ 3 ਤਾਂ ਹੋ ਹੀ ਨਹੀਂ ਸਕਦਾ। ਠੀਕ ਹੈ, ਹੋਰ ਕੌਣ ਬਚਿਆ? ਦੇਖੋ 3 ਦੇ ਆਪੋਜ਼ਿਟ ਇਹ ਵਾਲਾ 1 ਵੀ ਨਹੀਂ ਹੋ ਸਕਦਾ, 3 ਦੇ ਆਪੋਜ਼ਿਟ 5 ਵੀ ਨਹੀਂ ਹੋ ਸਕਦਾ, 3 ਦੇ ਆਪੋਜ਼ਿਟ 4 ਵੀ ਨਹੀਂ ਹੋ ਸਕਦਾ। ਹੁਣ ਰਹਿ ਕੌਣ ਗਿਆ? 3 ਦੇ ਆਪੋਜ਼ਿਟ ਜਾਂ ਤਾਂ 2 ਰਹਿ ਗਿਆ ਵੀ, ਜਾਂ ਫਿਰ ਕੀ ਹੈ 6। ਤਾਂ 3 ਦੇ ਆਪੋਜ਼ਿਟ ਜਾਂ ਤਾਂ 2 ਹੋ ਸਕਦਾ ਹੈ ਔਰ ਜਾਂ ਕੀ ਹੋ ਸਕਦਾ? 6 ਹੋ ਸਕਦਾ। ਕਲੀਅਰ? ਇਹ ਚੀਜ਼ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਏਗੀ। ਠੀਕ ਹੈ, ਹੁਣ ਦੇਖੋ 3 ਦੇ ਆਪੋਜ਼ਿਟ ਜਿਹੜਾ ਇਹ ਕੀ ਹੈ? ਨਹੀਂ ਹੋ ਸਕਦਾ। ਕਲੀਅਰ ਹੈ ਵੀ? ਤਾਂ ਆਈ ਹੋਪ ਤੁਹਾਨੂੰ ਇਹ ਚੀਜ਼ ਜਿਹੜੀ ਹੈ ਪਤਾ ਲੱਗ ਗਈ ਹੋਏਗੀ। ਨੈਕਸਟ ਦੇਖਦੇ ਆਪਾਂ ਕਿ ਨੈਕਸਟ ਜਿਹੜਾ ਕੁਐਸਚਨ ਆਪਾਂ ਦੇਖ ਲੈਂਦੇ ਕੀ ਹੈ। ਤਾਂ ਲਓ ਵੀ ਇਹ ਦੇਖੋ ਆ ਗਿਆ ਤੁਹਾਡੇ ਸਾਹਮਣੇ, ਹਰਾ, ਲਾਲ, ਸਫੈਦ, ਪੀਲਾ, ਹਰਾ, ਕਾਲਾ। ਹੁਣ ਇਹਨਾਂ ਦੋਨਾਂ ਦੇ ਵਿੱਚ ਕੋਮਨ ਦੇਖ ਲਓ ਵੀ, ਕੋਮਨ ਕੌਣ ਹੈ? ਹਰਾ। ਇੱਥੇ ਵੀ ਹਰਾ, ਤਾਂ ਹਰਾ ਤੋਂ ਸਟਾਰਟ ਕਰ ਲੈਣਾ ਵੀ। ਠੀਕ ਹੈ, ਹਰੇ ਤੋਂ ਆਪਾਂ ਕੀ ਹੈ ਸਟਾਰਟ ਕੀਤਾ, ਕਲੋਕਵਾਈਜ਼ ਚੱਲਾਂਗੇ। ਤਾਂ ਪਹਿਲੇ ਵਾਲੇ ਹਰੇ ਤੋਂ ਬਾਅਦ ਕੌਣ ਹੈ ਵੀ? ਸਫੈਦ ਹੈ, ਤਾਂ ਸਫੈਦ। ਕਲੀਅਰ? ਸਫੈਦ ਉਦੋਂ ਬਾਅਦ ਫਿਰ ਕਿਹੜਾ ਆ ਗਿਆ? ਲਾਲ। ਤਾਂ ਉਸ ਤੋਂ ਬਾਅਦ ਆਪਣੇ ਕੋਲ ਕੀ ਆ ਗਿਆ? ਲਾਲ ਵੀ। ਕਲੀਅਰ ਹੈ? ਨੈਕਸਟ ਆਪਾਂ ਨੀਚੇ ਵਾਲੇ ਹਰੇ ਤੋਂ ਸਟਾਰਟ ਕਰਦੇ ਹਾਂ, ਤਾਂ ਹਰਾ। ਹਰੇ ਤੋਂ ਬਾਅਦ ਕੀ ਆ ਗਿਆ ਵੀ? ਹਰੇ ਤੋਂ ਬਾਅਦ ਪੀਲਾ, ਹੈ ਨਾ। ਹਰੇ ਤੋਂ ਬਾਅਦ ਕੀ ਆ ਗਿਆ? ਪੀਲਾ। ਔਰ ਫਿਰ ਕੀ ਆ ਗਿਆ? ਪੀਲੇ ਤੋਂ ਬਾਅਦ ਕਾਲਾ। ਤਾਂ ਫਿਰ ਇਸ ਤੋਂ ਬਾਅਦ ਕੀ ਆ ਗਿਆ? ਕਾਲਾ ਵੀ। ਕਲੀਅਰ? ਤਾਂ ਦੇਖੋ ਸਫੈਦ ਦੇ ਆਪੋਜ਼ਿਟ ਕੌਣ ਹੋ ਜਾਏਗਾ? ਪੀਲਾ। ਲਾਲ ਦੇ ਆਪੋਜ਼ਿਟ ਕੀ ਹੋ ਜਾਏਗਾ? ਕਾਲਾ। ਤਾਂ ਇਸ ਤਰ੍ਹਾਂ ਆਪਾਂ ਜਿਹੜਾ ਹੈ ਇਹ ਹਰਾ, ਸਫੈਦ, ਪੀਲਾ ਵਗੈਰਾ ਵਾਲੇ ਜਿਹੜੇ ਆ ਕੁਐਸਚਨ ਵੀ ਅਟੈਂਪਟ ਕਰ ਸਕਦੇ ਹਾਂ। ਕਲੀਅਰ ਹੈ? ਆਈ ਹੋਪ ਤੁਹਾਨੂੰ ਇਹ ਚੀਜ਼ ਸਹੀ ਸਮਝ ਲੱਗ ਰਹੀ ਹੋਏਗੀ। ਨੈਕਸਟ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਓਪਨ ਡਾਈਸ ਦੀ। ਠੀਕ ਹੈ, ਓਪਨ ਡਾਈਸ। ਤਾਂ ਬੱਚੇ ਓਪਨ ਡਾਈਸ ਕੀ ਦਿੰਦੀ ਹੈ? ਮਤਲਬ ਕਿ ਜਦੋਂ ਇੱਕ ਡਾਈਸ ਜਿਹੜੀ ਹੈ ਪਾਸਾ ਹੁੰਦਾ ਉਹਨੂੰ ਪੂਰਾ ਖੋਲ੍ਹ ਦਿੱਤਾ ਜਾਂਦਾ ਤਾਂ ਉਹਦੇ ਸਾਰੇ ਦੇ ਸਾਰੇ ਜਿਹੜੇ ਹੈ
ਨੰਬਰ ਆਪਾਂ ਨੂੰ ਦਿਖਾਈ ਦੇ ਦਿੰਦੇ ਆ, ਤਾਂ ਜਦੋਂ ਸਾਰੇ ਦੇ ਸਾਰੇ ਨੰਬਰ ਦਿਖਾਈ ਦਿੰਦੇ ਆ ਤਾਂ ਇਹ ਸਾਹਮਣੇ ਦੇਖੋ, ਇਹਨੂੰ ਅਲਟਰਨੇਟ ਵਾਲਾ ਕਨਸੈਪਟ ਵੀ ਕੀ ਕਹਿੰਦੇ ਆ, ਅਲਟਰਨੇਟ। ਠੀਕ ਹੈ, ਅਲਟਰਨੇਟ ਅਲਟਰਨੇਟ ਦਾ ਮਤਲਬ ਕੀ ਹੁੰਦਾ ਇੱਕ ਇੱਕ ਛੱਡ ਕੇ ਵੀ। ਤਾਂ ਇਹਦੇ ਵਿੱਚ ਜਿਹੜੇ ਵੀ ਅੱਖਰ ਹੁੰਦੇ ਆ ਨਾ, ਹੁਣ ਇੱਕ ਦੇ ਆਪੋਜ਼ਿਟ ਪੁੱਛ ਰਿਹਾ ਤਾਂ ਆਪਾਂ ਸਾਰੇ ਤੁਹਾਨੂੰ ਦੱਸ ਦਿੰਦੇ ਕਿ ਕਿਹਦੇ ਕਿਹਦੇ ਕੀ ਆਪੋਜ਼ਿਟ ਹੋਏਗਾ। ਦੇਖੋ ਆਪਣੇ ਕੋਲ ਉੱਪਰ 5 ਹੈ, ਤਾਂ 5 ਇੱਕ ਛੱਡ ਕੇ ਫਿਰ ਕੀ ਆ ਜਾਏਗਾ, 4 ਦੇ ਆਪੋਜ਼ਿਟ ਹੋ 5 ਦੇ ਆਪੋਜ਼ਿਟ ਕੀ ਹੋ ਜਾਏਗਾ, 4 ਹੋ ਜਾਏਗਾ ਵੀ। 5 ਦੇ ਆਪੋਜ਼ਿਟ 4, ਉਸ ਤੋਂ ਬਾਅਦ ਵੀ 5 ਦੇ ਆਪੋਜ਼ਿਟ 4 ਹੋ ਗਿਆ। ਫਿਰ ਇੱਧਰੋਂ ਨੈਕਸਟ ਕੀ ਹੈ ਵੀ ਦੇਖ ਲੈਂਦੇ ਆਪਾਂ। ਠੀਕ ਹੈ, ਤਾਂ ਦੇਖੋ ਹੁਣ 5 ਦਾ ਜਦੋਂ 4 ਆਪੋਜ਼ਿਟ ਹੋ ਗਿਆ ਤਾਂ ਦੇਖੋ 2 ਦੇ ਆਪੋਜ਼ਿਟ ਆਪਾਂ 3 ਨਹੀਂ ਕਰ ਸਕਦੇ ਕਿਉਂਕਿ ਇਹ ਨਾਲ ਨਾਲ ਹੈ, ਤਾਂ ਕਰਕੇ ਆਪਾਂ ਨੇ ਕੀ ਕਰਨਾ, ਇੱਕ ਦੇ ਆਪੋਜ਼ਿਟ ਕੀ ਕਰ ਦੇਣਾ ਆਪਾਂ, 3 ਕਰ ਦੇਣਾ ਨਾ। 2 ਦੇ ਆਪੋਜ਼ਿਟ ਨਹੀਂ 3 ਕਰਦੇ, ਇੱਕ ਦੇ ਆਪੋਜ਼ਿਟ 3 ਕਰ ਸਕਦੇ ਹਾਂ। ਤਾਂ ਇੱਕ ਦੇ ਜਿਹੜਾ ਆਪੋਜ਼ਿਟ ਹੈ ਉਹ ਕੀ ਹੈ, 3 ਆ ਚੁੱਕਿਆ। ਨੈਕਸਟ ਜਿਹੜਾ ਹੁਣ 2 ਔਰ ਇੱਧਰ ਕੌਣ ਬਚਿਆ, 6, ਇਹ ਵਾਲੇ ਵੀ ਆਪਸ ਦੇ ਵਿੱਚ ਕੀ ਹੋ ਜਾਣਗੇ, ਆਪੋਜ਼ਿਟ ਹੋ ਜਾਣਗੇ ਕਿਉਂਕਿ ਇਹ ਦੂਰ ਦੂਰ ਹੈ ਵੀ। ਠੀਕ ਹੈ, ਤਾਂ 2 ਤੇ ਦੇਖੋ ਇੱਕ ਘਰ ਛੱਡ ਕੇ ਜਿਵੇਂ 5 ਔਰ 4 ਦੇ ਵਿੱਚ 2 ਹੈ, 2 ਨੂੰ ਛੱਡ ਦਿੱਤਾ ਤਾਂ 5 ਦੇ ਆਪੋਜ਼ਿਟ 4 ਹੋ ਗਿਆ। ਠੀਕ ਹੈ, ਇੱਕ ਇਹਦੇ ਵਿੱਚੋਂ ਛੱਡ ਕੇ 1 ਤੇ 3 ਹੋ ਗਿਆ, ਲੇਕਿਨ 2 ਦੇ 3 ਆਪੋਜ਼ਿਟ ਨਹੀਂ ਆਪਾਂ ਕਰ ਸਕਦੇ ਔਰ 4 ਦੇ 6 ਨਹੀਂ ਕਰ ਸਕਦੇ, ਤਾਂ ਕਰਕੇ 6 ਔਰ 1 ਆਪੋਜ਼ਿਟ ਹੋ ਗਿਆ, ਸੌਰੀ 6 ਔਰ 2 ਆਪੋਜ਼ਿਟ ਹੋ ਗਿਆ ਔਰ 1 ਔਰ 3 ਆਪੋਜ਼ਿਟ ਹੋ ਗਿਆ। ਕਲੀਅਰ ਹੈ, ਤਾਂ ਇਹ ਸੀਗਾ ਓਪਨ ਡਾਈਸ। ਚਲੋ ਹੋਰ ਤੁਹਾਨੂੰ ਇੱਕ ਕੁਐਸਚਨ ਹੋਰ ਇਹਦੇ ਨਾਲ ਦਾ ਮੈਂ ਸਮਝਾ ਦਿੰਦਾ ਇਹਦੇ ਇੱਥੇ ਹੀ। ਤਾਂ ਚਲੋ ਦੇਖੋ ਇਸ ਕੁਐਸਚਨ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ। ਦੇਖੋ 1 ਔਰ 5 ਨਾ ਇੱਕ ਛੱਡ ਕੇ ਆਪੋਜ਼ਿਟ ਆ ਗਿਆ, ਇੱਕ ਦੇ ਆਪੋਜ਼ਿਟ ਕੀ ਹੋ ਜਾਏਗਾ, ਇੱਕ ਦੇ ਆਪੋਜ਼ਿਟ 5 ਹੋ ਜਾਏਗਾ। ਫਿਰ ਇੱਧਰ ਇੱਕ ਛੱਡ ਕੇ 3 ਦੇ ਆਪੋਜ਼ਿਟ ਕੀ ਹੋ ਜਾਏਗਾ, 3 ਦੇ ਆਪੋਜ਼ਿਟ ਜਿਹੜਾ ਉਹ ਆਪਣੇ ਕੋਲ ਕਿੰਨਾ ਹੈ, 2 ਆ ਜਾਏਗਾ। ਬਾਕੀ ਕੌਣ ਬਚਿਆ, ਇੱਧਰੋਂ 4 ਬਚ ਗਿਆ ਔਰ ਇਸ ਸਾਈਡ ਤੋਂ ਕਿੰਨਾ ਬਚ ਗਿਆ, 6। ਤਾਂ 4 ਕੀ ਹੈ, 4 ਔਰ 6 ਆਪਸ ਦੇ ਵਿੱਚ ਆਪੋਜ਼ਿਟ ਹੈ। ਤਾਂ ਹਮੇਸ਼ਾ ਹੀ ਜਦੋਂ ਓਪਨ ਡਾਈਸ ਨੂੰ ਕਲੋਜ਼ ਕਰਨਾ ਹੋਏ, ਆਪਾਂ ਨੂੰ ਬੰਦ ਕਰਨਾ ਹੋਏ, ਤਾਂ ਇੱਕ ਇੱਕ ਛੱਡ ਕੇ ਜਿਹੜੇ ਹੈ ਇਹ ਆਪੋਜ਼ਿਟ ਹੋ ਜਾਂਦੇ ਹੈ ਨਾ, ਇੱਕ ਇੱਕ ਛੱਡ ਕੇ ਔਰ ਬਾਕੀ ਜਿਹੜਾ ਬਚ ਜਾਂਦਾ ਉਹ ਵੀ ਆਪੋਜ਼ਿਟ। ਦੇਖੋ ਚਾਹੇ ਇੱਦਾਂ ਡਾਇਗਰਾਮ ਤੁਹਾਨੂੰ ਆ ਜੇ ਇੱਦਾਂ, ਠੀਕ ਹੈ, ਮਤਲਬ ਕਿ ਇਹ ਵਾਲਾ ਔਰ ਇਹ, ਤਾਂ ਇਹਦੇ ਵਿੱਚ ਕੀ ਹੋ ਜਾਏਗਾ, ਦੇਖੋ ਇਹ ਪਹਿਲੇ ਵਾਲਾ 3rd ਦੇ ਔਰ ਇਹ ਪਹਿਲੇ ਵਾਲਾ 3rd ਦੇ ਔਰ ਇਹਦੇ ਜਿਹੜਾ ਬਚੇਗਾ ਵਿਚਕਾਰ ਔਰ ਇਹਦੇ ਵਿਚਕਾਰ ਵਾਲਾ, ਇਹ ਆਪਸ ਦੇ ਵਿੱਚ ਕੀ ਹੈ, ਆਪੋਜ਼ਿਟ ਹੋ ਜਾਣਗੇ। ਚਲੋ ਵੀ ਨੈਕਸਟ ਹੁਣ ਆਪਾਂ ਦੇਖੋ ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਹਾਂ, ਤਾਂ ਇਹ ਦੇਖ ਲਓ ਵੀ ਉਹਨਾਂ ਨੇ ਕੀ ਪੁੱਛਿਆ ਹੋਏਗਾ ਕਿ ਇਹਦੇ ਵਿੱਚੋਂ ਨਾ ਨੀਚੇ ਹੇਠ ਲਿਖਿਆਂ ਵਿੱਚੋਂ ਕਿਹੜੀਆਂ 4, ਇੱਕ ਆਪਾਂ ਨੂੰ ਦੇਖੋ ਉਹਨਾਂ ਨੇ ਓਪਨ ਡਾਈਸ ਦਿੱਤੀ ਹੈ, ਉਹ ਕਹਿੰਦਾ ਜਦੋਂ ਇਹਨੂੰ ਓਪਨ ਡਾਈਸ ਨੂੰ ਕਲੋਜ਼ ਕਰਾਂਗੇ, ਇਹਨੂੰ ਬੰਦ ਕਰਾਂਗੇ, ਤਾਂ ਇਹਨਾਂ ਵਿੱਚੋਂ ਕਿਹੜੀ ਡਾਇਗਰਾਮ ਪੋਸੀਬਲ ਹੈ, ਕਿਹੜੀ ਚੀਜ਼ ਪੋਸੀਬਲ ਹੈ ਕਿ ਹੋ ਸਕਦਾ। ਠੀਕ ਹੈ, ਤਾਂ ਜਦੋਂ ਵੀ ਇੱਦਾਂ ਦਾ ਕੁਐਸਚਨ ਆ ਜੇ, ਸਭ ਤੋਂ ਪਹਿਲੇ ਆਪਾਂ ਨੇ ਕੀ ਕਰਨਾ ਹੁੰਦਾ, ਸਭ ਤੋਂ ਪਹਿਲਾਂ ਆਪਾਂ ਨੇ ਇਹਦੇ ਵਿੱਚੋਂ ਪਹਿਲਾਂ ਵੇਖਣਾ ਵੀ ਇੱਕ ਦੂਸਰੇ ਦੇ ਆਪੋਜ਼ਿਟ ਕੌਣ ਹੁੰਦੇ ਆ। ਠੀਕ ਹੈ, ਫਿਰ ਆਪਾਂ ਆਪਣਾ ਪੁਰਾਣਾ ਕਨਸੈਪਟ ਯੂਜ਼ ਕਰਾਂਗੇ ਕਿ ਆਪੋਜ਼ਿਟ ਜਿਹੜੇ ਆ ਕਦੇ ਵੀ ਇੱਕ ਦੂਸਰੇ ਦੇ ਨਾਲ ਦਿਖਾਈ ਨਹੀਂ ਦਿੰਦੇ। ਤਾਂ ਚਲੋ ਇਹਦੇ ਵਿੱਚ ਤੁਸੀਂ ਮੈਨੂੰ ਇਹ ਦੇਖੋ, ਇਹਦੇ ਵਿੱਚ F ਤੋਂ ਇੱਕ ਛੱਡ ਕੇ ਕੌਣ ਬਚਿਆ, B। ਤਾਂ F ਆਪੋਜ਼ਿਟ ਕਿਹਦੇ ਹੋ ਜਾਏਗਾ, F ਆਪੋਜ਼ਿਟ ਕਿਹਦੇ ਹੋ ਜਾਏਗਾ ਵੀ, F ਆਪੋਜ਼ਿਟ ਜਿਹੜਾ ਉਹ B ਦੇ ਹੋ ਜਾਏਗਾ। ਫਿਰ E ਤੋਂ ਇੱਕ ਛੱਡ ਕੇ C ਆ ਗਿਆ, ਤਾਂ ਜਿਹੜਾ E ਹੈ ਆਪੋਜ਼ਿਟ ਕਿਹਦੇ ਹੋ ਜਾਏਗਾ, E ਜਿਹੜਾ ਉਹ ਆਪੋਜ਼ਿਟ ਕਿਹਦੇ ਹੋ ਜਾਏਗਾ, C ਦੇ ਵੀ। E ਔਰ C, ਇੱਧਰੋਂ ਕੌਣ ਬਚਿਆ, A ਬਚ ਗਿਆ ਵੀ, ਔਰ ਦੂਸਰੀ ਸਾਈਡ ਤੋਂ ਕੌਣ ਬਚ ਗਿਆ, D ਬਚਿਆ। ਤਾਂ A ਔਰ D ਆਪਸ ਦੇ ਵਿੱਚ ਆਪੋਜ਼ਿਟ ਹੋ ਜਾਣਗੇ। ਠੀਕ ਹੈ, ਤਾਂ ਹੁਣ ਦੇਖੋ ਆਪਾਂ ਪਹਿਲੀ ਡਾਇਗਰਾਮ ਦੇ ਵਿੱਚ ਦੇਖਦੇ ਹਾਂ। ਤਾਂ ਦੇਖੋ ਇੱਥੇ F ਹੈ, F ਦੇ ਨਾਲ ਦੇਖੋ ਆਪੋਜ਼ਿਟ B ਹੋ ਸਕਦਾ ਕਿ ਨਹੀਂ। ਦੇਖੋ F ਤੇ B ਤਾਂ ਆਪੋਜ਼ਿਟ ਹੈ, ਲੇਕਿਨ ਆਪੋਜ਼ਿਟ ਸਾਹਮਣੇ ਦਿਖਾਈ ਦੇ ਰਿਹਾ, ਤਾਂ ਸਾਹਮਣੇ ਦਿਖਾਈ ਨਹੀਂ ਦੇਣੇ ਚਾਹੀਦੇ। ਠੀਕ ਹੈ, ਨੈਕਸਟ ਆਪਾਂ ਦੇਖ ਲੈਂਦੇ ਹਾਂ। F ਹੈ, F ਦੇ ਆਪੋਜ਼ਿਟ E ਹੋ ਸਕਦਾ, ਸਹੀ ਹੈ। F ਦੇ ਆਪੋਜ਼ਿਟ D ਵੀ ਹੋ ਸਕਦਾ, ਸਹੀ ਹੈ, ਕਿਉਂਕਿ ਆਪਸ ਦੇ ਵਿੱਚ ਜਿਹੜੇ ਹੈ ਨਹੀਂ ਹੈ, ਹੈ ਨਾ। ਚਲੋ ਵੀ ਇਹ ਵਾਲਾ ਜਿਹੜਾ ਆਪਣਾ ਆਨਸਰ ਸਹੀ ਆ ਜਾਏਗਾ, ਲੇਕਿਨ ਲਾਸਟ ਦੇ ਵਿੱਚ ਬਾਕੀ ਵੀ ਦੇਖ ਲੈਂਦੇ ਹਾਂ। ਤਾਂ ਦੇਖੋ ਜਿੱਦਾਂ ਕਿ ਆ E ਔਰ C ਆਪੋਜ਼ਿਟ ਹੈ, ਪਰ ਇੱਥੇ ਤਾਂ ਇਹ ਸਾਹਮਣੇ ਦਿਖਾਈ ਦੇ ਦਿੰਦੇ ਆ, ਤਾਂ ਇਹ ਵਾਲਾ ਗਲਤ ਹੋ ਜਾਏਗਾ। ਉਸ ਤੋਂ ਬਾਅਦ A ਔਰ D ਆਪਸ ਦੇ ਵਿੱਚ ਆਪੋਜ਼ਿਟ ਹੈ, ਤਾਂ A ਔਰ D ਆਪੋਜ਼ਿਟ ਹੁੰਦੇ ਤਾਂ ਫਿਰ ਇਹਨਾਂ ਨੇ ਸਾਹਮਣੇ ਕਿਉਂ ਦਿਖਾਈ ਦੇਣਾ ਸੀਗਾ, ਅਤੇ ਇਹ ਵਾਲਾ ਵੀ ਗਲਤ ਹੈ। ਤਾਂ ਆਪਣਾ ਜਿਹੜਾ ਸਹੀ ਆਨਸਰ ਹੈ ਉਹ B ਆਪਸ਼ਨ ਹੈ ਵੀ। ਕਿ ਕਿਵੇਂ ਪਤਾ ਲੱਗਿਆ ਕਿ ਆਪੋਜ਼ਿਟ ਜਿਹੜੇ ਹੁੰਦੇ ਆ ਉਹ ਕਦੇ ਵੀ ਇੱਕ ਦੂਸਰੇ ਦੇ ਨਾਲ ਦਿਖਾਈ ਨਹੀਂ ਦਿੰਦੇ ਹੁੰਦੇ। ਠੀਕ ਹੈ ਨਾ, ਤਾਂ ਕਰਕੇ ਦੇਖੋ E B ਔਰ F
ਆਪਸ ਦੇ ਵਿੱਚ ਆਪੋਜ਼ਿਟ ਹੈ, ਪਰ ਇੱਥੇ ਤਾਂ ਦਿਖਾਈ ਦਿੰਦੇ ਪਏ, ਤਾਂ ਕਰਕੇ ਗਲਤ ਕਹਿਤਾ। ਈ ਔਰ ਸੀ ਆਪੋਜ਼ਿਟ ਹੈ, ਇੱਥੇ ਇਕੱਠੇ ਦਿਖਾਈ ਦਿੰਦੇ ਆ, ਗਲਤ ਹੈ। ਏ ਔਰ ਡੀ ਆਪੋਜ਼ਿਟ ਹੈ, ਇਹ ਇੱਕੋ ਹੀ ਡਾਈਸ 'ਤੇ ਦਿਖਾਈ ਦੇ ਰਿਹਾ, ਤਾਂ ਗਲਤ ਹੈ। ਤਾਂ ਇਹ ਜਿਹੜੇ ਦੇਖੋ ਈ ਦੇ ਆਪੋਜ਼ਿਟ ਐਫ ਵੀ ਨਹੀਂ ਹੈ, ਹੈ ਨਾ, ਈ ਦੇ ਆਪੋਜ਼ਿਟ ਡੀ ਵੀ ਨਹੀਂ ਹੈ, ਇਹ ਆਪਸ ਦੇ ਵਿੱਚ ਜਿਹੜੇ ਕਿਸੇ ਦੇ ਵੀ ਆਪੋਜ਼ਿਟ ਨਹੀਂ ਹੈ, ਤਾਂ ਕਰਕੇ ਇਹ ਇਕੱਠੇ ਦਿਖਾਈ ਦਿੰਦੇ ਆ। ਤਾਂ ਆਈ ਹੋਪ ਤੁਹਾਨੂੰ ਇਹ ਵਾਲਾ ਕਨਸੈਪਟ ਜਿਹੜਾ ਬੜੇ ਵਧੀਆ ਤਰੀਕੇ ਦੇ ਨਾਲ ਸਮਝ ਲੱਗ ਚੁੱਕਿਆ ਹੋਵੇਗਾ, ਠੀਕ ਹੈ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ। ਜੇਕਰ ਚੈਨਲ ਦੇ ਉੱਪਰ ਤੁਸੀਂ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਵੀਡੀਓ ਜੇ ਤੁਹਾਨੂੰ ਪਸੰਦ ਆ ਰਹੀ ਤਾਂ ਇਸ ਨੂੰ ਲਾਈਕ ਕਰੋ। ਔਰ ਜੇਕਰ ਕਿਸੇ ਤਰ੍ਹਾਂ ਦਾ ਤੁਹਾਨੂੰ ਡਾਊਟ ਰਹਿੰਦਾ ਤਾਂ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਕੋਈ ਵੀ ਸੁਜੈਸ਼ਨ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵਾਲਾ ਸੁਜੈਸ਼ਨ ਜਿਹੜਾ ਨੀਚੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਸੋ ਜੋ ਵੀ ਜਿਹੜੇ ਵੀ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।